बड़ा वधिया एग्जाम्पल सैट किया और उन्होंने कहा भी शुरुआत मैं करदा एंड दी मिनिस्टर्स फॉलोड सारे मंत्री और सीएम साहब जिन्नी भी कैबिनेट है अपना इनकम टैक्स जिहड़ा हैगा वो हुण सरकार तो रिवायत नहीं लैणगे और अपना इनकम टैक्स वो खुद पे करनगे। दैट इज़ समथिंग दैट दी ऑनरेबल सीएम initiated and we followed. A good example is probably the best sermon that you can preach. It is a language that everybody understands. So मैं समझदा कि बहुत वड्डा उदाहरण सैट होया और ਇਹਦੇ ਛਲੇ MLAs ਨੂੰ ਇਨਵੋਲਵ ਨਹੀਂ ਕੀਤਾ ਗਿਆ ਔਰ ਉਹਨਾਂ ਦੀ ਮਰਜ਼ੀ ਅਸੀਂ ਲਵਾਂਗੇ ਤੇ ਫਿਰ ਇੱਕ ਹੋਰ ਸਟੈਪ ਵੱਲ ਵਧਾਂਗੇ। That's one. Number two, the much awaited advertisement policy has come and been passed by the cabinet. और मैं ਤੁਹਾਨੂੰ ਇਹ ਖੁਸ਼ਖਬਰੀ ਇਸ ਕਰਕੇ ਦੇ ਰਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਹੀ ਕੀ ਹੈ ਇਹਨੂੰ ਜਾਣ ਕੇ ਉਹਦੇ ਤੇ ਅਮਲ ਨਾ ਕਰਨਾ ਇੱਕ ਕਾਇਰਤਾ ਦਾ ਆਭਾਸ ਸੀ। 184 ਸ਼ਹਿਰਾਂ ਦੇ ਨਾਲ ਅਸੀਂ 20 ਕਰੋੜ ਰੁਪਈਆ ਇਕੱਠਾ ਕਰ ਰਹੇ ਸੀ ਔਰ 20 ਕਰੋੜ ਦੇ ਵਿੱਚੋਂ ਕਰੀਬ 12 ਕਰੋੜ ਮੋਹਾਲੀ ਦੇ ਰਹੀ ਸੀ ਤੇ ਹਰਿਆਣਾ 82 ਸ਼ਹਿਰਾਂ ਤੋਂ ਕਰੀਬ 270 ਕਰੋੜ ਰੁਪਈਏ ਐਜ਼ ਐਡਵਰਟਾਈਜ਼ਮੈਂਟ ਇਕੱਠੇ ਕਰ ਰਿਹਾ ਸੀਗਾ ਸੂਬੇ ਦੇ ਵਾਸਤੇ। ਸੋ ਹੁਣ ਮੋਹਾਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਬੜੇ ਸਟ੍ਰਿੰਜੈਂਟ ਲਾਜ਼ ਔਰ ਇਹ ਵੀ ਗੱਲ ਸੀਗੀ ਕਿ ਸਾਡੇ ਜਿਹੜੇ ਲਾਜ਼ ਨੇ ਦੇ ਡਿਡ ਨਾਟ ਹੈਵ ਟੀਥ ਟੂ ਬਾਈਟ। ਦੀ ਰੋਂਗ ਡੂਅਰ ਨੈਵਰ ਫੀਅਰਡ ਡੂਇੰਗ ਦ ਰੋਂਗ। ਸੋ ਅਸੀਂ ਇੱਕ ਬੜੀ ਸਟ੍ਰਿੰਜੈਂਟ ਐਡਵਰਟਾਈਜ਼ਮੈਂਟ ਪਾਲਿਸੀ ਲਿਆਂਦੀ ਹੈ ਔਰ ਉਹ ਅੱਜ ਪਾਸ ਹੋਈ ਹੈ। ਉਹਦੇ ਨਾਲ ਸਾਨੂੰ ਇਹ ਲੱਗਦਾ ਹੈ ਕਿ ਰੈਵਨਿਊਜ਼ ਦਾ ਜਿਹੜਾ ਜੰਪ ਹੈ ਉਹ ਸਿੱਧਾ 20 ਕਰੋੜ ਤੋਂ ਇਟ ਵਿਲ ਕ੍ਰੋਸ 150 ਔਰ 200 ਕਰੋੜ। ਇਹ ਜੀ ਜਿਹੜਾ ਮਿਨੀਮਮ ਉਹ ਕਹਿੰਦੇ ਸੀਗੇ ਉਹ 200 ਕਰੋੜ ਹੈ, ਮੈਂ ਫਿਰ ਵੀ ਉਹਨੂੰ ਥੋੜਾ ਥੱਲੇ ਰੱਖ ਰਿਹਾ, ਲੇਕਿਨ ਕਿੱਥੇ 20 ਕਰੋੜ ਤੇ ਕਿੱਥੇ 200 ਕਰੋੜ ਜ਼ਮੀਨ ਅਸਮਾਨ ਦਾ ਫਰਕ ਹੈ। ਸੋ ਵੀਵ ਲੈਫਟ ਫਾਰਵਰਡ ਐਂਡ ਵੀਵ ਗੋਨ ਬਾਈ ਲੀਪਸ ਐਂਡ ਬਾਉਂਡਸ। ਦ ਬਿਗੇਸਟ ਰੂਮ ਇਨ ਦਿਸ ਵਰਲਡ ਇਜ਼ ਦ ਰੂਮ ਫॉर ਇੰਪਰੂਵਮੈਂਟ। ਜੋ ਬਿਹਤਰ ਹੈ ਉਹ ਸਵੀਕਾਰਿਆ ਸਭ ਨੇ, ਇਸ ਕਰਕੇ ਇਹ ਜੋ ਬਿਹਤਰ ਸੀ ਉਹ ਸਾਰਿਆਂ ਨੇ ਸਵੀਕਾਰਿਆ ਐਂਡ ਵਿਦਆਊਟ a shadow of doubt it was passed. outdoor advertisement policy ਜਿਹੜੀ ਜਿਹਦੇ ਚ ਹੋਰਡਿੰਗਸ ਆ ਜਾਂਦੇ ਆ, ਜਿਹਦੇ ਚ ਅਸੀਂ ਬੜੇ stringent norms ਵੀ ਪੜ੍ਹ ਲੈਣਾ। It is called the new Punjab municipal outdoor ad policy. ਹਾਂਜੀ, ਤੇ ਉਸ ਤੋਂ ਬਾਅਦ ਦੀ ਟੂਰਿਜ਼ਮ ਪਾਲਿਸੀ। ਟੂਰਿਜ਼ਮ ਦੇ ਨਾਲ ਉਹਦੇ ਚ ਅਟੈਚਮੈਂਟਸ ਨੇ ਜਿਹਦੇ ਵਿੱਚ ਮੈਡੀਕਲ ਟੂਰਿਜ਼ਮ ਹੈ, ਜਿਹਦੇ ਚ ਫਿਲਮ ਟੂਰਿਜ਼ਮ ਹੈ। ਇਹ ਸਾਰੀ ਇਕੱਠੀ ਪਾਸ ਕੀਤੀ ਹੈ। ਇਹਦੀ ਵੈਟਿੰਗ ਹੋ ਕੇ ਇਨ ਦ ਨੈਕਸਟ 15-20 days I think this should also pass and this is a huge leap forward. ਇਸ ਤਰ੍ਹਾਂ ਹੈ ਕਿ ਕਰੀਬ 12% GDP ਦਾ ਹਿੱਸਾ ਟੂਰਿਜ਼ਮ ਤੋਂ ਆਉਂਦਾ ਹੈ ਔਰ ਜੌਬਸ ਕਰੀਬ 30 ਤੋਂ 40% ਅੱਜ ਟੂਰਿਜ਼ਮ ਜਨਰੇਟ ਕਰ ਰਿਹਾ ਹੈ। ਸਾਡਾ ਟੂਰਿਜ਼ਮ ਵਾਸ ਸਟੈਗਨੈਂਟ, ਕੋਈ ਪਾਲਿਸੀ ਨਹੀਂ, ਕੋਈ ਫਾਰਵਰਡ ਮੂਵਮੈਂਟ ਨਹੀਂ, ਕੋਈ ਕਿਸੇ ਤਰੀਕੇ ਦੀ ਵੀ ਕੋਈ ਸਕੀਮ ਨਹੀਂ ਜਿਹਦੇ ਨਾਲ ਅਸੀਂ ਟੂਰ ਆਪਰੇਟਰਸ ਨਾਲ ਕਨੈਕਟ ਕਰਕੇ ਆਪਣੀ ਟੂਰਿਜ਼ਮ ਨੂੰ ਅੱਗੇ ਵਧਾ ਸਕੀਏ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਣ ਦਿੰਦਾ ਮੈਡੀਕਲ ਟੂਰਿਜ਼ਮ ਦਾ। $1.5 ਲੱਖ ਦੇ ਵਿੱਚ ਅਮਰੀਕਾ ਦੇ ਵਿੱਚ ਹਾਰਟ ਦਾ ਆਪਰੇਸ਼ਨ ਹੁੰਦਾ ਹੈ, ਇੰਡੀਆ ਦੇ ਵਿੱਚ $5,000। ਸੋ ਦ ਡਿਫਰੈਂਸ $5,000 ਤੇ $1.5 ਲੱਖ ਇਜ਼ ਚੌਕ ਐਂਡ ਚੀਜ਼। ਇਟਸ ਐਜ਼ ਬਿਗ ਐਜ਼ ਦ ਗ੍ਰੈਂਡ ਕੈਨੀਅਨ। ਸੋ ਤੁਸੀਂ ਆਪਣੇ ਆਪ ਹਿਸਾਬ ਲਾ ਲਓ ਕਿ ਜਿਹੜੇ ਗੋਡੇ ਬਦਲਨੇ ਛੋਟੀਆਂ ਚੀਜ਼ਾਂ, ਇਹਦਾ ਫਰਕ ਜਿਹੜਾ ਹੈਗਾ ਉਹ ਇੰਡੀਆ ਤੇ ਵਿਦੇਸ਼ਾਂ ਦੇ ਵਿੱਚ ਕਰੀਬ 15 ਗੁਣਾ 10 ਗੁਣਾ 7 ਗੁਣਾ ਲੇਕਿਨ 5 ਗੁਣਾ ਤੋਂ ਉੱਤੇ ਹੈ। 25,000 ਦੇ ਕਰੀਬ ਮਰੀਜ਼ ਜਿਹੜੇ ਵਿਦੇਸ਼ਾਂ ਤੋਂ ਆਉਂਦੇ ਆ ਉਹ ਵਿਦਾਂਤਾ ਦੇ ਬਾਹਰ ਖੜੇ ਹੁੰਦੇ ਆ ਐਂਡ ਡਾਕਟਰ ਤ੍ਰਿਹਨ ਦਾ ਸੱਦਾ ਵੀ ਹੈ ਔਰ ਕਹਿਣਾ ਵੀ ਹੈ ਵੀ ਭਾਈ ਜੇ ਹਿੰਦੁਸਤਾਨ ਦੇ ਵਿੱਚ ਕਿਤੇ ਚੰਗੀ ਫੈਸਿਲਿਟੀ ਦਿਓ ਤੇ ਇਹਨਾਂ ਨੂੰ ਇੱਥੋਂ ਲੈ ਜਾਓ। ਵੈਲਨੈਸ ਟੂਰਿਜ਼ਮ ਦੂਸਰਾ ਟੂਰਿਜ਼ਮ ਐਂਡ ਅੱਜ ਹੁਣ ਪਿੱਛੇ ਜੇ ਬਹੁਤ ਵੱਡੇ 2-3 ਫਿਲਮ ਡਾਇਰੈਕਟਰਸ ਜਿਹੜੇ ਨੇ ਉਹ ਤੁਹਾਨੂੰ ਵੀ ਮਿਲੇ ਸਰ, ਵਾਟਸ ਹਿਸ ਨੇਮ, JP ਦੱਤਾ ਸਾਹਿਬ ਇੱਥੇ ਆਏ ਸੀ। ਉਹਨਾਂ ਨੇ ਕਿਹਾ ਵੀ ਇੱਥੇ ਕੋਈ ਅਸੀਂ ਸਰਵਿਸ ਕ੍ਰੀਏਟ ਨਹੀਂ ਕਰ ਸਕੇ। ਵੀ ਆਰ ਗੋਇੰਗ ਟੂ ਬੀ ਐਕਚੁਅਲੀ ਲਿਸਟਿੰਗ ਦਿਸ ਇਨ ਦੀ ਟੂਰਿਜ਼ਮ ਪਾਲਿਸੀ ਕਿ ਅਸੀਂ ਇੱਕ ਫਿਲਮ ਸਿਟੀ ਵੀ ਬਣਾ ਰਹੇ ਹਾਂ ਜਿਹਦੇ 'ਚ ਜਿਹੜਾ ਸਟ੍ਰੈਸ ਹੈ ਉਹ ਐਨੀਮੇਸ਼ਨ ਦੇ ਉੱਤੇ। Now I'll give you a small example. Bahubali is a 400 crore film. It is shot in 2 studios. 2 ਛੋਟੇ ਕਮਰਿਆਂ ਦੇ ਵਿੱਚ ਬਣੀ ਹੈ। ਉਹ ਪੁਰਾਣੇ ਜ਼ਮਾਨੇ ਗਏ ਕਿ ਤੁਸੀਂ ਬਾਹਰ ਜਾ ਰਹੇ ਹੋ, ਪੇੜਾਂ ਦੇ ਇਰਦ ਗਿਰਦ ਗਾਣੇ ਗਾ ਰਹੇ ਹੋ ਔਰ ਤੁਹਾਨੂੰ ਵੱਡੇ ਸਟੂਡੀਓਜ਼ ਚਾਹੀਦੇ ਆ ਜਿੱਥੇ ਵੱਡੀਆਂ ਮੂਰਤੀਆਂ ਲੱਗੀਆਂ ਹੋਈਆਂ। Now
ਦੀ ਨੈਕਸਟ ਮੂਵਮੈਂਟ ਇਜ਼ ਐਨੀਮੇਸ਼ਨ। ਸੋ ਸਾਡੇ ਕੋਲ ਈਅਰਮਾਰਕ ਥਾਂ ਹੈਗੀ ਹੈ ਬੂਥਗੜ੍ਹ ਦੇ ਲਾਗੇ, ਕਿਉਂਕਿ ਇਹਦੇ 'ਚ ਇਨਫਰਾਸਟ੍ਰਕਚਰ ਬੜਾ ਜ਼ਰੂਰੀ ਹੈ, 에ਅਰਪੋਰਟ ਬੜਾ ਜ਼ਰੂਰੀ ਹੈ। ਸੋ ਦੇਰ ਆਰ ਓਨਲੀ 2 places ਵਿਚ ਆਰ ਇਨ ਆਰ ਮਾਈਂਡ। ਉਹਦੇ 'ਚ ਸਭ ਤੋਂ ਵੱਡਾ ਜਗ੍ਹਾ ਜਿਹੜੀ ਹੈਗੀ ਆ ਉਹ ਇੱਥੇ ਹੈ, ਮੋਹਾਲੀ ਜਾਂ ਫਿਰ ਅੰਮ੍ਰਿਤਸਰ, ਬਿਕੋਜ਼ 에ਅਰਪੋਰਟ ਇਜ਼ ਵੈਰੀ ਅਸੈਂਸ਼ੀਅਲ। ਸੋ ਵੀ ਆਰ ਥਿੰਕਿੰਗ ਆਫ ਬੂਥਗੜ੍ਹ ਆਲਸੋ। ਉਹਦੇ ਲਾਗੇ ਹੀ 60 ਏਕੜ ਜ਼ਮੀਨ ਹੈਗੀ ਹੈ ਸ਼ਾਮਲਾਟ ਦੀ, ਉਹ ਵੀ ਹੈਗੀ ਹੈ। ਸੋ ਵੀ ਆਰ ਲੁਕਿੰਗ ਐਟ ਆਲ ਦੈਟ। ਸੋ ਥੀਜ਼ ਆਰ ਦੀ ਮੇਜਰ ਪਾਲਿਸੀਜ਼ ਦੈਟ ਹੈਵ ਬੀਨ ਪਾਸ। ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਬਹੁਤ ਹੀ ਵੱਡਾ ਇੱਕ revolutionary thought process is going to be implemented. कुछ clusters बन रहे हैं, am I right? Could you brief them on those clusters, sir? एजुकेशन पॉलिसी में एक बॉर्डर कैडर बनाने का फैसला किया, जिसमें 6 बॉर्डर स्टेट्स डिस्ट्रिक्ट्स में अलग कैडर बनेंगे। तो टीचर्स को वहाँ पे जो रिक्रूट किया जाएगा उसी बॉर्डर एरियाज़ में उनको पोस्ट किया जाएगा, और मकसद ये है कि वहाँ की जो स्कूल एजुकेशन है अपने गवर्नमेंट स्कूल की, वो स्ट्रेंथन हो सके। And it's the reason why, you know, what he said is absolutely spot on. ਰੀਜ਼ਨ ਇਹ ਹੈ ਕਿ ਬਾਰਡਰ ਏਰੀਆ ਦੇ ਵਿੱਚ ਜਾਣ ਨੂੰ ਲੋਕ ਬਹੁਤ ਕਤਰਾਉਂਦੇ ਆ। ਫਿਰ ਜਿਹੜੇ ਜਾਂਦੇ ਵੀ ਹੈ ਉਹ ਉੱਥੋਂ ਭੱਜਣ ਨੂੰ ਬੜੇ ਤਿਆਰ ਰਹਿੰਦੇ ਆ, ਕੁਝ ਸਬਲੈਟਿੰਗ ਕਰ ਦਿੰਦੇ ਆ, ਤੇ ਉੱਥੇ ਜਿਹੜੀ ਡਿਊਟੀ ਹੈ ਉਹ ਪ੍ਰੋਪਰ ਤਰੀਕੇ ਨਾਲ ਦਿੱਤੀ ਨਹੀਂ ਜਾ ਸਕਦੀ। कार्डर फॉर 6 डिस्ट्रिक्ट्स। ਹਾਂ, 6 डिस्ट्रिक्ट्स का अलग कार्डर बना। ਅਲੱਗ ਕਾਡਰ ਬਣੂਗਾ। ਮਤਲਬ ਅਸੀਂ ਉਹਨਾਂ ਨੂੰ ਪ੍ਰੈਫਰੈਂਸ਼ੀਅਲ ਉੱਥੇ ਰੱਖਣਾ ਚਾਹੁੰਦੇ ਹਾਂ ਵੀ ਅਗਲਾ ਸੀ ਐਨੀ ਅੰਡਰਟੇਕਿੰਗ ਵਿਚ ਬਿਕਮਸ ਅ ਜੋਏ and not a burden will always be a success, and any undertaking which becomes a burden will never be a success. ਕਈ ਲੋਕਾਂ ਦੇ ਉੱਤੇ ਉਹ ਬੋਝ ਬਣ ਜਾਂਦਾ ਹੈ ਔਰ ਉਹ ਉੱਥੇ ਜਾਂਦੇ ਕਤਰਾਉਂਦੇ ਆ, ਇਸ ਕਰਕੇ ਉਹ ਫਿਰ ਉੱਥੇ ਸਕਸੈਸਫੁਲੀ ਕੰਮ ਨਹੀਂ ਕਰ ਸਕਦੇ। ਸੋ ਦ ਬੇਸਿਕ ਆਈਡੀਆ ਇਜ਼ ਨਿਊ ਰਿਕਰੂਟਮੈਂਟ ਇੰਪਲੀਮੈਂਟ ਹੋਈ ਕਿ ਦੈਨ ਐਗਜ਼ਿਸਟਿੰਗ ਜਿਹੜੇ ਜਿਸ ਵੀ ਡॉक कर रहे हैं ਕਿਹੜੇ ਜੀ? ਨਹੀਂ ਇਹਦੇ ਚ को ऑप्शन दिया जाएगा, वो डिस्ट्रिक्ट में पोस्ट होंगे तो उनको एक कुछ फैसिलिटीज एक्स्ट्रा दी जाएंगी, एक एचआर इंसेंटिव ਦਿੱਤਾ ਜਾਊਗਾ, इंसेंटिव दिया जाएगा, और उसके हिसाब से वो वहाँ रहेंगे। इंक्रीमेंट ਦਿੱਤਾ ਜਾਊਗਾ, एक्स्ट्रा मिलेगा, एक एक्स्ट्रा मिलेगा, और उनको जो सो इट्स अ वंडरफुल पॉलिसी, नो? ये बॉर्डर एरिया कितना एरिया होएगा? ये आपको ये 6 डिस्ट्रिक्ट 6 डिस्ट्रिक्ट हो गए ना बॉर्डर एरिया। 6 डिस्ट्रिक्ट पूरा डिस्ट्रिक्ट ही होएगा क्या? हाँ जी पूरा पूरा पठानकोट उसमें जितना आ जाएगा, ਪਠਾਨਕੋਟ ਅਪ ਟੂ ਫਾਜ਼ਿਲਕਾ ਇਸ ਵੇਲੇ ਇਹ ਹੈਗਾ ਵੀ ਜਿਹੜਾ 30 ਕਿਲੋਮੀਟਰ ਦਾ ਬਾਰਡਰ ਦਾ ਏਰੀਆ ਉਹਨੂੰ ਮੰਨਿਆ ਜਾਂਦਾ ਹੈ ਕਿ 6 ਡਿਸਟ੍ਰਿਕਟ ਹੀ ਮੰਨੇ ਜਾਂਦੇ? 6 डिस्ट्रिक्ट। ये हो गए पठानकोट, अमृतसर, फजलका, तरनतारन, फिरोजपुर और गुरदासपुर। करेक्ट, सारे बॉर्डर एरिया ਪੂਰੇ ਦੇ ਪੂਰੇ। ਔਰ ਇਸ ਤੋਂ ਬਾਅਦ ਇੱਕ ਬਹੁਤ ਵੱਡਾ ਹੋਰ ਸਟੈਪ ਚੁੱਕਿਆ ਗਿਆ ਜੀ, ਉਹ ਇਹ ਹੈ ਕਿ ਬੜੀਆਂ ਐਸੀਆਂ ਜ਼ਮੀਨਾਂ ਨੇ। नहीं इसके साथ वो एक सब कमेटी जो बनाई है आपकी, Go जिसमें on, राइट टू इंफॉर्मेशन, राइट टू कौन? एक 4 मेंबर सब कमेटी भी बनाई गई है, जिसमें सिद्धू साहब के अलावा मनप्रीत बादल, अरुणा चौधरी और त्रिपत बाजवा जी हैं। कैबिनेट में ये बात आई थी कि ये जो RTE राइट टू एजुकेशन इम्प्लीमेंट नहीं हो रहा ठीक तरह, उसमें कई प्राइवेट स्कूल जो गरीब बच्चों को एडमिशन नहीं दे रहे, तो इसको देखने के लिए सारा ये I'll add on to it. See, ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਪ੍ਰੋਬਲਮ ਹੈ ਕਿ ਜਿੰਨੇ ਕੁ ਵੀ ਪੰਜਾਬੀ ਜਿਹੜੇ ਸਕੂਲ ਬਣ ਰਹੇ ਹੈ, ਸਕੂਲਾਂ ਦੇ ਵਿੱਚੋਂ ਕੁਆਲਿਟੀ ਐਜੂਕੇਸ਼ਨ ਲਈ ਯੂਨੀਵਰਸਿਟੀਆਂ ਦੇ ਵਿੱਚ ਸਿਰਫ 6% ਬੱਚੇ ਪਹੁੰਚ ਰਹੇ ਹੈ। ਦੂਜੀ ਗੱਲ, ਬੜਿਆਂ ਕੋਲ ਡਿਗਰੀਆਂ ਨੇ ਲੇਕਿਨ ਉਹ ਡਿਗਰੀਆਂ ਨੌਕਰੀਆਂ 'ਚ ਤਬਦੀਲ ਨਹੀਂ ਹੋ ਰਹੀਆਂ। ਤੀਜੀ ਗੱਲ, ਜਿੱਥੇ ਸਕਿੱਲ ਦੀ ਲੋੜ ਹੁੰਦੀ ਹੈ, ਜਿਵੇਂ ਮੈਡਮ ਹੀਲੀ ਨੇ ਕਿਹਾ ਸੀਗਾ ਵੀ ਭਾਈ ਵੀ ਨੀਡ 2000 ਕਾਰਪੈਂਟਰਸ, ਵੀ ਕੁਡਨਟ ਸਪਲਾਈ ਦੋਸ 2000 ਕਾਰਪੈਂਟਰਸ, ਰਾਈਟ? ਸੋ ਅਸੀਂ ਐਜੂਕੇਸ਼ਨ ਨੂੰ ਉਸ ਮੋੜ ਤੇ ਲੈ ਕੇ ਜਾਣਾ ਚਾਹੁੰਦੇ ਹਾਂ ਜਿਸ ਮੋੜ ਦੇ ਉੱਤੇ ਐਜੂਕੇਸ਼ਨ ਆਤਮ ਨਿਰਭਰ ਕਰੇ ਬੰਦਿਆਂ ਨੂੰ, ਭਾਵੇਂ ਕਿਸੇ ਕੋਲ ਸਕਿੱਲ ਦੀ ਇੰਨੀ ਕੁ ਡਿਗਰੀ ਹੋਵੇ ਲੇਕਿਨ ਉਹਨੂੰ ਨੌਕਰੀ ਦੇ ਸਕੇ। ਦੂਜੀ ਗੱਲ, ਵੀ ਆਰ ਨਾਟ ਫੋਕਸਿੰਗ ਓਨਲੀ ਔਨ ਐਜੂਕੇਸ਼ਨ, ਵੀ ਆਰ ਫੋਕਸਿੰਗ ਔਨ ਕੁਆਲਿਟੀ ਐਜੂਕੇਸ਼ਨ ਜਿਹੜੀ ਰੁਜ਼ਗਾਰ ਦੇ ਸਕੇ, ਜਿਹੜੀ ਇਨਸਾਨ ਨੂੰ ਰੁਜ਼ਗਾਰ ਦੇ ਸਕੇ ਔਰ ਉਹਨੂੰ ਆਤਮ ਨਿਰਭਰ ਬਣਾ ਸਕੇ। Am I right, sir? Yeah. Fine. Now, the last thing that I'm coming to, which is very important, is ਕਿ ਬਹੁਤ ਕੁਝ ਐਸਾ ਹੈ ਪੰਜਾਬ ਦੇ ਵਿੱਚ ਜਿਹੜਾ ਸਰਕਾਰੀ ਹੈ ਲੇਕਿਨ ਲੋਕਾਂ ਨੇ ਉਹਦੇ 'ਤੇ ਕਬਜ਼ੇ ਕੀਤੇ ਹੋਏ ਆ। ਉਹਦੇ 'ਚ ਤੁਸੀਂ ਮਿਊਨਿਸਪਲ ਲੈਂਡ ਲੈ ਲਓ, ਉਹਦੇ 'ਚ ਤੁਸੀਂ ਜੰਗਲਾਂ ਵਾਲਾ ਲੈਂਡ ਲੈ ਲਓ, ਔਰ ਉਹਦੇ 'ਚ ਸ਼ਾਮਲਾਟ ਦੀ ਜ਼ਮੀਨ ਜਿਹੜੀ ਹੈ ਲੋਕਾਂ ਨੇ ਉਹ ਦੱਬ ਰੱਖੀ ਹੈ। ਕਈ ਥਾਵਾਂ ਦੇ ਉੱਤੇ ਲੀਜ਼ਾਂ ਖਤਮ ਹੋ ਗਈਆਂ, ਔਰ ਲੀਜ਼ ਖਤਮ ਹੋਣ ਤੋਂ ਬਾਅਦ ਵੀ ਲੋਕ ਕਾਬਜ਼ ਨੇ, ਔਰ ਉਹ ਪੁਰਾਣੇ ਜਿਹੜਾ 100 ਸਾਲ ਪਹਿਲਾਂ ਕੋਈ 5 ਰੁਪਏ ਦਿੰਦਾ, ਕੋਈ 10 ਰੁਪਏ ਦਿੰਦਾ, ਕੋਈ 100 ਰੁਪਏ ਦਿੰਦਾ, ਕੋਈ 500 ਰੁਪਏ ਦਿੰਦਾ, ਉਹ ਉੱਦਾਂ ਹੀ ਚੱਲੀ ਜਾਂਦੇ ਆ, ਰਾਈਟ? ਕਈ ਇਹੋ ਜਿਹੇ ਲੋਕ ਨੇ ਜਿਹੜੇ ਕਿਰਾਏ ਦੇ ਉੱਤੇ ਬੈਠੇ ਆ। 1100 ਦੁਕਾਨ ਅੰਮ੍ਰਿਤਸਰ 'ਚ ਇਕੱਲੀ ਇਹੋ ਜਿਹੀ ਹੈ ਜਿਹੜੀ 10 ਰੁਪਏ 15 ਰੁਪਏ ਦਿੰਦੀ ਹੈ, ਔਰ ਤਿਆਰ ਨੇ ਉਹ ਆਪਣੀ ਮਾਲਕੀ ਲੈਣ ਨੂੰ
DC ਰੇਟਾਂ ਦੇ ਉੱਤੇ। ਸੋ ਦੀ ਆਨਰੇਬਲ ਚੀਫ ਮਿਨਿਸਟਰ ਹੈਜ਼ ਸੈਡ ਕਿ ਇੱਕ ਪ੍ਰੋਪਰ ਕਮੇਟੀ ਦਾ ਗਠਨ ਹੋਵੇ ਜਿਹੜੀ ਇਹ ਦੇਖੇ ਕਿ ਇਹ ਕਬਜ਼ੇ ਕਿੱਦਾਂ ਛੁਡਾਏ ਜਾਣ ਔਰ ਇਹ ਸਰਕਾਰੀ ਜ਼ਮੀਨ ਸਰਕਾਰ ਕੋਲ ਕਿੱਦਾਂ ਆਵੇ ਔਰ ਸਰਕਾਰ ਦੀ ਜਿਹੜੀ ਇਨਕਮ ਹੈ ਉਹ ਕਿੱਦਾਂ ਇਸ ਤਰ੍ਹਾਂ ਵੱਧ ਸਕੇ ਕਿ ਜਿਹੜੀਆਂ ਲੀਜ਼ਾਂ ਖਤਮ ਹੋ ਗਈਆਂ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਰੀਨਿਊ ਕੀਤਾ ਜਾਵੇ। ਜਿਹੜੇ ਲੋਕ ਕਾਬਜ ਬੈਠੇ ਆ 11-11 ਰੁਪਏ ਦੇ ਉੱਤੇ ਦੁਕਾਨਾਂ ਦੇ ਉੱਤੇ ਉਹਨਾਂ ਨੂੰ DC ਰੇਟ ਦੇ ਉੱਤੇ ਉਹ ਦੁਕਾਨਾਂ ਪ੍ਰੋਪਰ ਤਰੀਕੇ ਦੇ ਨਾਲ ਦਿੱਤੀਆਂ ਜਾਣ। ਫੋਲੋਇੰਗ ਦੀ ਰੂਲ ਆਫ ਲਾਅ ਦਿਸ ਹੈਜ਼ ਟੂ ਬੀ ਅਸੈਸਡ ਦੈਟ ਕਿੰਨੀਆਂ ਕੁ ਥਾਵਾਂ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਮੈਸੇਜ ਜਾਵੇ ਕਿ ਕਬਜ਼ੇ ਨਹੀਂ ਚੱਲਣਗੇ, ਨਜਾਇਜ਼ ਕਬਜ਼ੇ ਸਰਕਾਰੀ ਜ਼ਮੀਨਾਂ ਦੇ ਉੱਤੇ ਨਹੀਂ ਚੱਲਣਗੇ ਔਰ ਉਹਨਾਂ ਨੂੰ ਛੁਡਾਉਣ ਦਾ ਵੀ ਇਤਿਆਦ ਕੀਤਾ ਜਾਊਗਾ। ਸਰਕਾਰੀ ਇਨਕਮ ਵੀ ਉਹਦੇ ਨਾਲ ਬਹੁਤ ਜ਼ਿਆਦਾ ਵਧੂਗੀ ਐਂਡ ਇਟਸ ਅ ਸਟੈਪ ਇਨ ਦ ਰਾਈਟ ਡਾਇਰੈਕਸ਼ਨ। ਪਿਛਲੀਆਂ ਸਰਕਾਰਾਂ ਦੇ ਵਿੱਚੋਂ ਕਿਸੇ ਨੇ ਇਹੋ ਜਿਹਾ ਜਿਹੜਾ ਲੋੜੀਂਦਾ ਸਟੈਪ ਉਹ ਚੁੱਕਿਆ ਨਹੀਂ, ਲੇਕਿਨ ਅੱਜ ਦੀ ਜਿਹੜੀ ਕੈਬਨਿਟ ਸੀਗੀ ਬੜੀ ਸਾਰਥਕ ਸਿੱਧ ਹੋਈ। ਦੂਜੀ ਗੱਲ ਇਹ ਵੀ ਇਸ ਕੈਬਨਿਟ ਦੇ ਵਿੱਚ ਉੱਠਿਆ ਕਿ ਗੁੰਡਾ ਟੈਕਸ ਜਿਹੜਾ ਹੈਗਾ ਇਹਨੂੰ ਕੰਪਲੀਟਲੀ ਬੰਦ ਕੀਤਾ ਜਾਵੇ ਔਰ ਅਗਰ ਇਹ ਕਿਤੇ ਐਗਜ਼ਿਸਟੈਂਟ ਹੈ ਇਟ ਸ਼ੁੱਡ ਬੀ ਕੰਪਲੀਟਲੀ ਰੂਟਡ ਆਊਟ ਐਂਡ ਜਿਹੜਾ ਮਾਈਨਿੰਗ ਵਾਲਾ ਵੀ ਮੁੱਦਾ ਸੀਗਾ ਉਹ ਵੀ ਕੈਬਨਿਟ ਦੇ ਵਿੱਚ ਉੱਠਿਆ ਔਰ ਵੈਰੀ ਸੂਨ we will have a comprehensive plan to say the least where this gunda tax if it is existent will be eradicated from the root। ਜੜ ਤੋਂ ਉਖਾੜ ਦਿਆਂਗੇ ਇਹਨੂੰ ਬਿਲਕੁਲ ਪ੍ਰੋਪਰ ਤਰੀਕੇ ਦੇ ਨਾਲ ਔਰ ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਫਿਊਚਰਿਸਟਿਕ ਲੁੱਕ ਹੈਗੀ ਹੈ ਕਿਉਂਕਿ ਰੋਰਿੰਗ ਇਕੋਨਮੀਜ਼ ਇਨ ਦ ਵਰਲਡ ਹੈਵ ਆਲਵੇਜ਼ ਡਾਇਗਰੈਸਡ ਟੂਵਰਡਸ ਦੀ ਮੈਨੂਫੈਕਚਰਿੰਗ ਸੈਕਟਰ। ਐਗਰੀਕਲਚਰ ਨੂੰ ਉਹਨਾਂ ਨੇ ਸਪੋਰਟ ਦਿੱਤੀ ਹੈ ਥਰੂ ਦੀ ਮੈਨੂਫੈਕਚਰਿੰਗ ਸੈਕਟਰ। ਅਸੀਂ ਨਹੀਂ ਚਾਹੁੰਦੇ ਕਿ ਸਾਡਾ ਜਿਹੜਾ ਮੈਨੂਫੈਕਚਰਿੰਗ ਸੈਕਟਰ ਹੈ ਉਹ ਹਤਾਸ਼ ਹੋ ਕੇ ਇੱਥੋਂ ਇਹਨਾਂ ਗੱਲਾਂ ਦੇ ਲਈ ਔਰ ਇਹ ਛੋਟੀਆਂ ਗੱਲਾਂ ਨਹੀਂ ਗੀਆਂ ਫਲੀਸਿੰਗ ਗੁੰਡਾ ਟੈਕਸ ਐਂਡ ਆਲ ਦੈਟ ਕਿ ਉਹ ਬਾਹਰਲੇ ਪਾਸੇ ਜਾਣ। ਇਸ ਕਰਕੇ ਹਾਂਜੀ ਇਹ ਸੀਐਮ ਸਾਹਿਬ ਤੁਹਾਨੂੰ ਖੁਦ ਐਡਰੈਸ ਕਰਕੇ ਦੱਸਣਗੇ। ਨਹੀਂ ਸੀਐਮ ਸਾਹਿਬ ਨੇ ਖੁਦ ਆਪਣੇ ਉਸ ਦੇ ਵਿੱਚ ਲਿੱਤਾ ਹੈ ਐਂਡ ਵਿਦਿਨ ਅ ਸ਼ਾਰਟ ਸਪੈਨ ਆਫ ਟਾਈਮ you will get information on this, the Gunda tax also and on the mining issue also. ਮੇਰਾ ਖਿਆਲ Yes, ਗੱਲ ਕਿ it should be rooted out ਮਤਲਬ ਜੜ ਤੋਂ ਉਖਾੜ ਦੇਣਾ ਚਾਹੀਦਾ। ਸਿੱਧੂ ਸਾਹਿਬ ਜਲੰਧਰ ਤੁਸੀਂ ਕਿਹਾ ਸੀ ਕਿ ਮਾਈਨਿੰਗ ਗੜਬੜ ਹੋ ਰਹੀ ਹੈ, ਨਜਾਇਜ਼ ਮਾਈਨਿੰਗ ਹੋ ਰਹੀ ਹੈ ਜੀ। ਗੁੰਡਾ ਟੈਕਸ ਬਾਰੇ ਤੁਹਾਨੂੰ ਲੱਗਦਾ ਉਹ ਮਾਈਨਿੰਗ ਰੁਕ ਚੁੱਕੀ ਹੈ? ਦੇਖੋ ਮੈਂ ਇਹ ਜੋ ਦਲ ਦੇ ਟਾਈਮ ਤੁਸੀਂ ਕਾਫੀ ਚੀਜ਼ਾਂ ਕਹਿੰਦੇ ਦੇਖੋ ਮੈਂ ਇੱਕ ਗੱਲ ਨੂੰ ਸੁਣ ਲਓ ਮੈਂ ਇੱਕ ਗੱਲ ਨੂੰ ਸੁਣ ਲਓ ਜੋ ਮੈਂ ਕਿਹਾ ਸੀ ਮੈਨੂੰ ਪਤਾ ਹੈ ਜਾਖੜ ਸਾਹਿਬ ਨੇ ਇਹ ਕਿਹਾ ਸੀਗਾ ਕਿ ਮਾਈਨਿੰਗ ਜਿਹੜੀ ਹੈਗੀ ਹੈ ਉਹ ਇਲੀਗਲ ਜਿਹੜੀ ਹੈਗੀ ਹੈ ਉਹ ਘਟਾ ਦਿੱਤੀ ਗਈ ਹੈ ਪਰ ਖਤਮ ਨਹੀਂ ਹੋਈ। ਇਸ ਗੱਲ ਨੂੰ ਬੜਾ ਧਿਆਨ ਨਾਲ ਦਿਓ ਇਹ ਮੈਂ ਕੀ ਕਿਹਾ ਸੀ ਕਿ ਨਹੀਂ ਕਿਹਾ ਸੀ ਉਹਨੂੰ ਪ੍ਰੋਪਰਲੀ ਐਨਵਿਸੇਜ ਕਰ ਦਿਓ। ਮੈਂ ਇਹ ਗੱਲ ਮੈਂ ਜਿਹੜੀ ਤੁਹਾਨੂੰ ਦੱਸ ਰਿਹਾ ਮੈਂ ਉਸ ਤੋਂ ਬਾਅਦ ਮੈਂ ਗੱਲ ਕਹੀ ਸੀ ਕਿ ਜੀ ਆਹ ਚੀਜ਼ਾਂ ਹੋ ਸਕਦੀਆਂ ਨੇ ਇੰਪਾਊਂਡਿੰਗ ਆਫ ਟਰੱਕਸ ਸਟਾਪਿੰਗ ਪੀਪਲ ਹੂ ਆਰ ਡੂਇੰਗ ਇਟ ਐਂਡ ਦੇਰ ਆਰ ਵੇਜ਼ ਆਫ ਡੂਇੰਗ ਇਟ। ਭਾਵੇਂ ਤੁਸੀਂ ਉਹਨਾਂ ਦੀ ਪਰਚੀ ਚੈੱਕ ਕਰੋ, ਭਾਵੇਂ ਤੁਸੀਂ ਉਹਨਾਂ ਦਾ weight ਚੈੱਕ ਕਰੋ, ਭਾਵੇਂ ਤੁਸੀਂ ਟਰੱਕਾਂ ਨੂੰ ਇੰਪਾਊਂਡ ਕਰੋ। ਦੀ CM today has assured everybody already formed and वो जो उसके बाद जब बात हुई थी तो उसके नेक्स्ट डे पे मीटिंग में सीएम साहब ने एक डिस्ट्रिक्ट DCs के अंडर एक मल्टी एजेंसी बनाई है जिसमें पुलिस माइनिंग वगैरह है वो काम शुरू कर चुके हैं अपना। और जहाँ तक रही गुंडा टैक्स वाली बात ये बात उठी थी तो वहाँ पे सीएम साहब ने कहा है कि वो खुद अफसरों से बात करके ਦੂਜੀ ਗੱਲ ਇੱਕ ਹੋਰ ਯਾਰ ਤੁਹਾਨੂੰ ਕੀ ਲੱਗਦਾ ਸਰ ਬਈ ਮੈਨੂੰ ਇਹ ਲੱਗਦਾ ਹੈ ਕਿ ਅੱਜ ਮੈਨੂੰ ਇਹ ਲੱਗਦਾ ਕਿ ਬੜਾ ਕਨਸਿਸਟੈਂਸੀ ਆਫ ਪਰਪਸ ਹੈ। ਅੱਜ ਮਾਈਨਿੰਗ ਦਾ ਮਹਿਕਮਾ ਵੀ ਅੱਡ ਕਰਨ ਦੀ ਜਿਹੜੀ ਪ੍ਰਪੋਜ਼ਲ ਆਈ ਹੈ ਉਹ ਬਿਲਕੁਲ ਅੱਡ ਹੋ ਗਿਆ। ਮਾਈਨਿੰਗ ਦਾ ਮਹਿਕਮਾ ਮਾਈਨਿੰਗ ਜਿਓਲੋਜੀ ਜਿਹੜੀ ਮਿਨਰਲਸ ਬਿਲਕੁਲ ਅੱਡ ਮਹਿਕਮਾ ਹੋ ਗਿਆ ਹੈ। ਇਟਸ ਸੈਪਰੇਟ ਮਹਿਕਮਾ। ਜੇ ਇਹ ਇੰਟੈਂਸ਼ਨਾਂ ਨਾ ਹੋਣ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਆ ਸਾਰਾ ਕੁਝ ਹੋਵੇ ਇਹ ਕਿਸੇ ਮਕਸਦ ਦੇ ਤਹਿਤ ਹੋ ਰਿਹਾ ਹੈ ਕਿ ਦੀ ਮਾਈਨਿੰਗ ਇਜ਼ ਨਾਓ ਅ ਸੈਪਰੇਟ ਡਿਪਾਰਟਮੈਂਟ ਐਂਡ ਇਫ ਇਟ ਇਜ਼ ਅਟੈਚਡ ਟੂ ਅ ਡਿਪਾਰਟਮੈਂਟ that the honorable CM will decide। ਪਰ ਜਿਸ ਤਰ੍ਹਾਂ ਗਵਰਨਮੈਂਟ ਆਫ ਇੰਡੀਆ 'ਚ ਹੈ ਗਵਰਨਮੈਂਟ ਆਫ ਇੰਡੀਆ ਤੁਸੀਂ ਦੇਖੋ ਕਿ ਆਇਲ ਐਂਡ ਨੈਚੁਰਲ ਗੈਸ ਹੈ ਮਿਨਰਲਸ ਨੇ ਤੇ ਮਾਈਨਿੰਗ ਹੈ ਇਟਸ ਅ ਸੈਪਰੇਟ ਡਿਪਾਰਟਮੈਂਟ
So today the cabinet has taken a decision that this will be a separate department. You must understand this. ਸਿੱਧੂ ਸਾਹਿਬ ਜਿਹੜੀ ਗੁੰਡਾ ਟੈਕਸ ਦੀ ਗੱਲ ਕੀਤੀ ਹੈ, ਜੀ। ਆਮ ਤੌਰ ਤੇ ਜਿਹੜੇ ਐਲੀਗੇਸ਼ਨ ਹੈਗੇ ਸਰਕਾਰ ਦੇ ਵਿਧਾਇਕਾਂ ਦੇ ਉੱਤੇ ਜਾਂ ਸਰਕਾਰ ਦੇ ਲੀਡਰਾਂ ਦੇ ਉੱਤੇ ਲੱਗਦੇ ਨੇ ਕਿ ਗੁੰਡਾ ਟੈਕਸ ਜਿਹੜੇ ਸੱਤਾ ਧਿਰ ਦੇ ਲੋਕ ਪਾਵਰ 'ਚ ਇਸਤੇਮਾਲ ਕਰ ਰਹੇ ਨੇ, ਉਹ ਕਰ ਰਹੇ ਨੇ, ਅਕਾਲੀ ਦਲ ਹੋਵੇ ਆਮ ਆਦਮੀ ਪਾਰਟੀ ਹੋਵੇ, ਕਿ ਉਹਨਾਂ ਤੇ ਗੱਲਬਾਤ ਹੋਈ ਹੈ ਵੀ ਜਿਹੜੇ ਸਰਕਾਰ ਦੇ ਜਾਂ ਲੋਕ ਪਾਰਟੀ ਦੇ ਇਨਵੋਲਵ ਹੈਗੇ ਉਹਨਾਂ ਦੇ ਅਗੇਂਸਟ ਕੀ ਹੋਇਆ? ਦੇਖ, ਪਹਿਲੀ ਗੱਲ ਤਾਂ ਕਿ ਸੁਖਬੀਰ ਬਾਦਲ ਨੇ ਕਿਹਾ ਟੈਕਸ ਦਾ ਨਾਂ ਲਿਆ ਉਹਨਾਂ ਨੇ, ਬਈ ਮੈਂ ਤੁਹਾਡੇ ਤੋਂ ਮੈਂ ਤੈਨੂੰ ਜਵਾਬ ਦੇ ਰਿਹਾ ਮਿੱਤਰਾ, ਮੈਂ ਤੈਨੂੰ ਜਵਾਬ ਦੇ ਰਿਹਾ। ਸੁਖਬੀਰ ਬਾਦਲ ਇੱਕ ਡਾਕੂ ਰਿਹਾ। ਡਾਕੂ ਚੋਰੀ ਨੂੰ ਰੋਕਣ ਨੂੰ ਨਹੀਂ ਕਹਿੰਦੇ। ਇੱਕ ਨੰਬਰ 2, ਸੁਖਬੀਰ ਬਾਦਲ ਨੇ ਆਪਣੇ ਟੈਨਿਓਰ 'ਚ ਕੀ ਕੀਤਾ? ਉਹਨੇ ਕਿਹਨੂੰ ਨੱਥ ਪਾਈ? ਉਹਨੇ ਕਿੰਨੇ ਪੈਸੇ ਜਮ੍ਹਾਂ ਕਰਾਏ? ਜਵਾਬ ਦੇਵੇ ਮੈਨੂੰ। ਆਵੇ ਪੰਜਾਬ ਦੀ ਧਰਤੀ ਦੇ ਉੱਤੇ ਕਿਤੇ ਆਵੇ, ਜਲੇਬੀ ਵਾਂਗੂ ਇਕੱਠਾ ਨਾ ਕਰਕੇ ਸੱਟਾਂ ਮੈਨੂੰ ਕਹੀਂ ਰਾਜਨੀਤੀ ਮੈਂ ਛੱਡੂ, ਨਹੀਂ ਰਾਜਨੀਤੀ ਉਹ ਛੱਡੇ। ਕਿ ਆ ਮਿੱਤਰ ਪਿਆਰੇ, ਜੇ ਦਮ ਹੈ ਮਾਂ ਦਾ ਦੁੱਧ ਪੀਤਾ, ਆ ਖੜ ਦੱਸ ਤੂੰ ਕਿੰਨੇ ਪੈਸੇ ਜਮ੍ਹਾਂ ਕਰਾਏ, ਤੂੰ ਕਿੰਨੀ ਮਾਈਨਿੰਗ ਰੋਕੀ, ਤੂੰ ਕੀ ਕੀਤੀ? ਜਿਹੜੇ ਲੋਕ ਸ਼ੀਸ਼ੇ ਦੇ ਘਰਾਂ ਦੇ ਵਿੱਚ ਰਹਿੰਦੇ ਆ, ਦੂਏ ਤੇ ਰੋੜੇ ਨਹੀਂ ਮਾਰਦੇ ਮਿੱਤਰਾ। ਇੱਕ ਨੰਬਰ 2, ਅਸੀਂ ਜਿਹੜੀ ਇੰਟੈਂਸ਼ਨ ਦੇ ਰਹੇ ਹਾਂ, ਅਸੀਂ ਇੰਟੈਂਸ਼ਨ ਦੇ ਰਹੇ ਹਾਂ ਇੰਨੇ ਪੈਸੇ ਜਮ੍ਹਾਂ ਕਰਾਉਣ ਦੀ, ਅਸੀਂ ਇੰਟੈਂਸ਼ਨ ਦੇ ਰਹੇ ਹਾਂ, ਅਸੀਂ ਡਿਪਾਰਟਮੈਂਟ ਅੱਡ ਕਰ ਰਹੇ ਹਾਂ, ਅਸੀਂ ਇੰਟੈਂਸ਼ਨ ਦੇ ਰਹੇ ਹਾਂ ਕਿ ਅਸੀਂ ਇਸ ਤਰੀਕੇ ਦੇ ਨਾਲ ਇਹਨੂੰ ਬੰਦ ਕਰ ਰਹੇ ਹਾਂ। ਅਸੀਂ ਇਹ ਵੀ ਕਹਿ ਰਹੇ ਹਾਂ ਕਿ ਕਿਸੇ ਪਾਰਟੀ ਦਾ ਬੰਦਾ ਹੋਵੇ, ਕੋਈ ਵਿਧਾਇਕ ਹੋਵੇ, ਪਰ ਦੁੱਖਦਾਇਕ ਗੱਲ ਇਹ ਵੀ ਤੁਹਾਡੇ ਭਾਈ ਦੁੱਖਦਾਇਕ ਹੈ ਤਾਂ ਹੀ ਤੇ ਬੈਠੇ ਆ ਇੱਥੇ। मेरी ये गल बात सुनो। ये मुद्दा मनप्रीत जी ने खुद FM ने उठाया चुके था और उन्होंने कहा है इररिस्पेक्टिव कौन इन्वॉल्व है उस पे एक्शन लिता जाए। इररिस्पेक्टिव ਮੈਂ ਜਵਾਬ ਸਿੱਧਾ ਦੇ ਰਿਹਾ ਤੁਹਾਨੂੰ ਕਿ ਅਸੀਂ ਕੋਈ ਵਿਧਾਇਕ ਹੋਵੇ, ਕੋਈ ਬੰਦਾ ਇਨਵੋਲਵਡ ਹੋਵੇ, ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਨਾ ਔਰ ਗੁੰਡਾ ਟੈਕਸ ਜੜੋਂ ਉਖਾੜ ਕੇ ਸਿੱਟ ਦੇਣਾ। ਹੁਣ ਇਸ ਤੋਂ ਵੱਧ ਕੀ ਕਿਹਾ ਜਾ ਸਕਦਾ ਵੀ ਗੁੰਡਾ ਟੈਕਸ ਜੜੋਂ ਉਖਾੜ ਕੇ ਸਿੱਟ ਦੇਣਾ। ਔਰ ਇਹ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਕਿ ਬੜੀਆਂ ਗੱਲਾਂ ਚੱਲਦੀਆਂ ਸੀਗੀਆਂ ਕਿ ਰਿਫਾਈਨਰੀ ਜਿਹੜੀ ਹੈਗੀ ਆ ਉਹ ਹਰਿਆਣੇ ਨਾਲ ਵੀ ਲੱਗਦੀ ਆ। ਉਹ ਕਹਿੰਦੇ ਆ ਵੀ ਅਸੀਂ ਦੂਏ ਪਾਸੇ ਜਾਣ ਦੀ ਗੱਲ, ਇਹੋ ਜਿਹਾ ਕੁਛ ਨਹੀਂ ਹੋਣ ਦੇਣਾ। ਰਿਫਾਈਨਰੀ ਨੂੰ ਅਸੀਂ ਫੈਸਿਲਿਟੇਟ ਕਰਨਾ ਔਰ ਅਸੀਂ ਕੋਈ ਵਿਧਾਇਕ ਹੋਵੇ, ਕੋਈ ਕੁਛ ਹੋਵੇ, ਕਿਸੇ ਦਾ ਵੀ ਨਾਂ ਆਉਂਦਾ ਹੋਵੇ, irrespective of party, irrespective of anybody, nobody। ਕਮਜ਼ੋਰੀ ਹੈ ਕਿਤੇ ਨਾ ਕਿਤੇ। ਯਾਰ ਹੁਣ ਮੈਂ ਜਦੋਂ ਤੈਨੂੰ ਜਵਾਬ ਦੇ ਰਿਹਾ, ਜੇ ਕਮਜ਼ੋਰੀ ਹੈ ਉਹਨੂੰ ਰਿਮੂਵ ਕਰ ਰਹੇ ਆ ਨਾ, ਇੰਨੀ ਉਹ ਗੱਲ ਕਹਿਣੀ ਹੈ। ਦੇਖੋ ਇੱਕ ਗੱਲ ਨੂੰ ਸਮਝੋ, ਜੇ ਹਾਂਜੀ ਇਹਦਾ ਮਤਲਬ ਕਮਜ਼ੋਰੀ ਹੈ। ਜੇ ਕਮਜ਼ੋਰੀ ਨੂੰ ਤਾਕਤ ਦੇ ਵਿੱਚ ਤਬਦੀਲ ਕਰੀਏ ਤੇ ਕੋਈ ਗੁਨਾਹ ਹੈ? ਤੇ ਜੇ ਇਹ ਕਮਜ਼ੋਰੀ 10 ਸਾਲ ਪਹਿਲਾਂ ਜਿਹੜੇ ਇਹਦੇ ਸਰਗਣਾ ਸੀ, ਉਹ ਕਮਜ਼ੋਰੀ ਨੂੰ ਅੱਜ ਐਂ ਦਿਖਾਣ ਵੀ ਜਿਵੇਂ ਆਤਮਤਾਈ ਉਤਰੇ ਹੈ ਔਰ ਉਹ ਸਿਸਟਮ ਨੂੰ ਕਲੀਨਜ਼ ਕਰਨ ਵਾਸਤੇ ਆ ਰਿਹਾ। 900 ਚੂਹੇ ਖਾ ਕੇ ਬਿੱਲੀ ਚੱਲੀ ਹੱਜ ਨੂੰ। ਸਰਦਾਰ ਸੁਖਬੀਰ ਸਿੰਘ ਬਾਦਲਾ ਕਿਹੜੀਆਂ ਗੱਲਾਂ ਕਰਦਾ ਹੈ? ਜੇ ਕੋਈ ਰਾਤ ਨੂੰ 3 ਪੈਗ ਪੀ ਕੇ ਕਹੇ ਸਵੇਰੇ ਦਾਰੂ ਪੀਣਾ ਹਾਨੀਕਾਰਕ ਹੈ, ਕੋਈ ਮੰਨੂ? ਕੋਈ ਰਾਤ ਨੂੰ ਡਾਕੇ ਮਾਰੇ, ਬਨਾਰਸੀ ਠੱਗ ਬਣੇ, ਪੰਜਾਬ ਲੁੱਟੇ ਤੇ ਸਵੇਰੇ ਕਵੇ ਕਿ ਇਹ ਹਾਨੀਕਾਰਕ ਹੈ, ਤੇ ਉਹ ਕੋਈ ਮੰਨੂ? ਤੇ ਮੈਂ ਇਸੇ ਕਰਕੇ ਤੁਹਾਨੂੰ ਇਸ ਗੱਲ ਦੇ ਉੱਤੇ ਕਨਵਿੰਸ ਕਰਾ ਰਿਹਾ। ਨਹੀਂ ਤੇ ਮੈਂ ਕਹਿ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਰੈਲੀਆਂ 'ਚ ਕਾਹਦੀਆਂ ਗੱਲਾਂ ਕਰਦਾ ਫਿਰਦਾ। ਸਾਹਮਣੇ ਆ ਮਿੱਤਰਾ, ਸਾਹਮਣੇ ਆ ਕੇ ਬੈਠ ਇੱਥੇ ਮਿੱਤਰਾ। ਔਰ ਜੇ ਗਲਤ ਹੈ ਤਾਂ ਹੀ ਇੱਥੇ ਬੈਠੇ ਆ, ਜੇ ਇਹਦੇ 'ਚ ਕੋਈ ਗਲਤੀ ਹੈ ਤੇ ਤਾਂ ਹੀ ਅਸੀਂ ਇੱਥੇ ਬੈਠੇ ਆ, ਗਲਤੀ ਰੈਕਟੀਫਾਈ ਕਰਾਂਗੇ। ਛੋਟਾ ਜਿਹਾ ਸਵਾਲ ਹੈ, ਇੱਕੋ ਸਵਾਲ ਸਿੱਧੂ ਸਾਹਿਬ, ਇੱਕੋ ਸਵਾਲ ਵੀ ਤੁਸੀਂ ਕੋਈ ਟਾਈਮ ਫਰੇਮ ਮਿਥਿਆ ਇਹਦਾ ਵੀ ਕਿੰਨੇ ਚ ਅਸੀਂ ਇਹ ਖਤਮ ਕਰਾਂਗੇ? ਤੁਹਾਨੂੰ ਬਿਲਕੁਲ ਟਾਈਮ ਫਰੇਮ ਦੇ ਨਾਲ ਹੀ ਦਿੱਤਾ ਜਾਊਗਾ। ਮੈਂ ਸੀਐਮ ਸਾਹਿਬ ਨਾਲ, ਬਾਕੀ ਸਾਰੇ ਕਲੀਗਸ ਨੇ ਸੀਐਮ ਸਾਹਿਬ ਨਾਲ ਗੱਲ ਕੀਤੀ ਹੈ। ਮਨਪ੍ਰੀਤ ਭਾਜੀ ਨੇ ਆਪ ਕਿਹਾ ਕਿ ਸਰ ਇਹਨੂੰ ਬਿਲਕੁਲ ਟੋਟਲੀ ਖਤਮ ਕਰੋ, ਕੋਈ ਹੋਵੇ ਚਾਹੇ। ਔਰ ਸੀਐਮ ਸਾਹਿਬ ਨੇ ਇਹ ਬੀੜਾ ਆਪ ਚੁੱਕਿਆ, ਤੁਹਾਨੂੰ ਐਡਰੈਸ ਕਰਨਗੇ। he'll probably hold a press conference on this. Whatever he is doing, he'll tell you in a very transparent way. ਸਿੱਧੂ ਸਾਹਿਬ ਗੁੰਡਾ ਟੈਕਸ ਔਰ ਮਾਈਨਿੰਗ, ਸਿੱਧੂ ਸਾਹਿਬ ਗੁੰਡਾ ਟੈਕਸ ਔਰ ਮਾਈਨਿੰਗ ਦੀ ਜਿਹੜਾ ਫੈਸਲਾ ਲਿਆ ਗਿਆ ਵਾ, ਪਿਛਲੀ ਸਰਕਾਰ ਦੇ ਸਮੇਂ ਸਭ ਤੋਂ ਵੱਧ ਬਿਕਰਮ ਮਜੀਠੀਆ ਦਾ ਨਾਂ ਲਿਆ ਜਾਂਦਾ ਸੀ। ਉਸ ਤੇ ਹਜੇ ਕੋਈ ਫੈਸਲਾ ਲੈਣ ਬਾਰੇ ਜਾਂ ਕਿਸੇ ਗੱਲ ਦੀ ਚਰਚਾ ਹੋਈ ਹੈ ਵੀ ਜਿਹਦੇ ਉੱਤੇ ਸਭ ਤੋਂ ਜ਼ਿਆਦਾ ਨਾਂ ਲਿਆ ਜਾ ਰਿਹਾ ਸੀ ਇਹਨਾਂ ਦੋਨਾਂ ਚੀਜ਼ਾਂ ਦਾ, ਅਸੀਂ ਉਹਦੇ ਅਗੇਂਸਟ ਕੋਈ ਕਾਰਵਾਈ ਕਰ ਰਹੇ ਹਾਂ? ਨਸ਼ਾ ਇਨਕਲੂਡਿੰਗ ਕੋਰਟ ਦੇ ਵਿੱਚ ਸਾਰੀਆਂ ਚੀਜ਼ਾਂ ਪੇਸ਼ ਹੋ ਗਈਆਂ। ਹੁਣ ਜਿਹੜੀ ਚੀਜ਼ ਕੋਰਟ ਦੇ ਵਿੱਚ ਹੋਵੇ ਔਰ ਕੋਰਟ ਨੇ ਕੋਗਨੀਸੈਂਸ ਲੈ ਕੇ ਤੁਹਾਨੂੰ ਕਹਿਤਾ ਹੋਵੇ ਔਰ ਉਹ ਸਬ ਜੂਡਿਸ ਹੋਵੇ, ਭਾਈ ਕੋਰਟ ਦੇ ਮਾਮਲਿਆਂ 'ਚ ਤਾਂ ਨਹੀਂ ਇੰਟਰਫੇਅਰ ਕਰੀਦਾ। ਦੇਖੋ ਕੋਰਟ ਇਜ਼ ਸੁਪਰੀਮ ਐਂਡ ਯੂ ਆਲਵੇਜ਼ ਸੇ ਵੀ ਸਬਮਿਟ ਟੂ ਦ ਮੈਜੈਸਟੀ ਆਫ ਲਾਅ, we submit to the majesty of law and we have, and ultimately ਕੋਰਟ ਨੂੰ ਹਰ ਚੀਜ਼ ਜਾ ਚੁੱਕੀ ਹੈ, ਹਰ ਪ੍ਰੂਫ ਜਾ ਚੁੱਕਿਆ। ਹੁਣ ਕੋਰਟ ਦਾ ਫੈਸਲਾ ਜਿਹੜਾ ਆਊਗਾ ਉਹਨੂੰ ਥੋੜਾ ਜਿਹਾ ਡੀਕੀ ਹੈ। ਵਿਕਰਮ ਮਜੀਠੀਆ ਵੀ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਦੋਨੇ ਠੱਗ ਨੇ ਤੇ ਇਹਨਾਂ ਨੂੰ ਬੰਟੀ ਬਬਲੀ ਦੇ ਨਾਲ ਜਾਣਿਆ ਜਾਏਗਾ ਜੀ। ਲਓ ਇਹਦਾ ਮੈਂ ਜਵਾਬ ਹੁਣੇ ਤੁਹਾਨੂੰ ਦੇ ਦੇਣਾ। ਵਿਕਰਮ ਮਜੀਠੀਆ
ਕਲੰਕ ਹੈ ਇਸ ਸੂਬੇ ਦੇ ਉੱਤੇ। ਜੇ ਉਹ ਕਲੰਕ ਨਾ ਹੁੰਦਾ ਤੇ ਅਕਾਲੀ ਦਲ ਆਪੋਜੀਸ਼ਨ 'ਚ ਨਾ ਹੁੰਦਾ। ਕਲੰਕ ਮੈਂ ਕਹਿ ਰਿਹਾ, ਇਤਿਹਾਸ ਦੇ ਵਿੱਚ ਇਸ ਬੰਦੇ ਦਾ ਨਾਂ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ। ਔਰ ਅਸੀਂ ਆਪਣੀ ਪੀੜ੍ਹੀ ਨੂੰ, ਅਸੀਂ ਆਉਣ ਵਾਲੀ ਨਸਲ ਨੂੰ ਬੇਟਨ ਪਾਸ ਕਰਦੇ ਹਾਂ। ਜਦੋਂ ਕਿਸੇ ਦੀ ਵਧੀਆ ਅਸੀਂ ਉਹਨੂੰ ਬੇਟਨ ਪਾਸ ਕਰਦੇ ਹਾਂ, ਅਸੀਂ ਉਹਨੂੰ ਚਿੱਟਾ ਪਾਸ ਨਹੀਂ ਕਰਦੇ, ਚਿੱਟੇ ਦੀਆਂ ਪੁੜੀਆਂ ਪਾਸ ਨਹੀਂ ਕਰਦੇ। ਇਸ ਕਰਕੇ ਇਹ ਪ੍ਰਮਾਣਿਤ ਕਰਨ ਦੀ ਕੋਈ ਲੋੜ ਨਹੀਂ, ਇਹ ਲੋਕਾਂ ਨੇ ਪ੍ਰਮਾਣਿਤ ਕਰਤਾ, ਲੋਕਾਂ ਨੇ ਪ੍ਰਮਾਣਿਤ ਕਰਤਾ, ਲੋਕਾਂ ਨੇ ਦਿਖਾਤਾ। ਤੇ ਪੋਲ ਖੋਲ ਕਾਹਦੀ, ਕਿਹਦੀ ਪੋਲ ਖੋਲ ਰਹੇ ਹੋ ਭਾਈ? ਪੋਲ ਖੋਲਣੀ ਹੈ ਤੇ ਇਹ ਤੇ ਦੱਸ ਦਿਓ ਵੀ 10 ਮਹੀਨੇ ਦੀ ਗੱਲ ਕਰ ਰਹੇ ਹੋ, 10 ਮਹੀਨਿਆਂ 'ਚ 3 ਇਲੈਕਸ਼ਨ ਹਾਰ ਗਏ ਹੋ। ਜਿਵੇਂ ਖਿੱਦੋ ਉਧਰ ਦੀ ਹੁੰਦੀ ਹੈ ਖਿੱਦੋ ਨੂੰ ਐ ਖੁੱਲਦਾ ਦੇਖਿਆ ਨਾ, ਇਹ ਉੱਦਾਂ ਖੁੱਲੇ ਪਏ ਹੈ। ਤੇ ਬੋਲਦਾ ਕਿਹੜੀ ਮੂੰਹ ਨਾਲ ਹੈ? ਮੈਨੂੰ ਇੱਕ ਗੱਲ ਦੱਸ, ਇੱਕ ਡਾਕੂ ਇਹ ਕਹਿ ਸਕਦਾ ਚੋਰੀ ਕਰਨੀ ਮਾੜੀ ਹੈ? ਕਹਿ ਸਕਦਾ ਉਹ? ਫਿਰ ਕਿੱਥੋਂ ਕਹਿੰਦਾ ਇਹ? ਫਿਰ ਅੱਛਾ ਅਬ ਸ਼ਬਦ ਮੂੰਹ ਦਾ ਜਲਾਬ ਹੋਇਆ he has a diarrhea of words and a constipation of good ideas, let me tell you that. And if he has, ਜੇ ਥੋੜੀ ਜਿਹੀ ਮਰਦਾਨਗੀ ਹੈ, ਜੇ ਆਪਦੇ ਆਪ ਨੂੰ ਕਹਿੰਦਾ ਵੀ ਮੈਂ ਬੰਦਾ, ਤੇ ਆਵੇ, ਜਾਂ ਮੈਂ ਆ ਜਾਣਾ ਜਾਂ ਮਨਪ੍ਰੀਤ ਭਾਜੀ ਆ ਜਾਂਦਾ, ਤੇ ਬੈਠੇ ਤੇ ਸਹੀ ਤੇ ਬਹਿਸ ਤੇ ਕਰੇ। ਉਹ ਭਾਈ ਅਮਰੀਕਾ ਦੇ ਵਿੱਚ ਦੇਖੋ, 2 ਲੀਡਰ ਬਹਿੰਦੇ ਆ, ਇੱਕ ਦੂਜੇ ਮੁੱਦਿਆਂ ਦੇ ਉੱਤੇ ਬਹਿਸ ਕਰਦੇ ਆ। ਸੀਐਮ ਸਾਹਿਬ ਦੀ ਤਾਂ ਗੱਲ ਹੀ ਛੱਡੇ, ਇਹ ਪਹਿਲਾਂ ਮੇਰੇ ਨਾਲ ਤਾਂ ਨਜਿੱਠੇ ਕਿ ਆਪ ਮਿੱਤਰਾ 5 ਇਲੈਕਸ਼ਨ ਤੂੰ ਜਿੱਤਿਆ ਤੇ 5 ਇਲੈਕਸ਼ਨ ਮੈਂ ਜਿੱਤਿਆ, ਤੂੰ ਇੱਕ ਅੱਧੀ ਵਾਰ ਦਾ MP ਹੋਵੇਗਾ, ਮੈਂ 4 ਵਾਰ ਦਾ। ਆ ਜਾ ਮਿੱਤਰਾ, ਮੰਤਰੀ ਤੂੰ ਬਣਿਆ, ਇੱਕ ਵਾਰ ਮੰਤਰੀ ਅਸੀਂ ਬਣ ਲਿਆ, ਤੂੰ ਡਿਪਟੀ ਬਣ ਲਿਆ, ਆ ਜਾ ਕਿ ਆ ਜਾ, ਹੁਣ ਤੂੰ ਤੇ ਕੁਛ ਨਹੀਂ ਡਿਪਟੀ ਰਾਈਟ, ਅਸੀਂ ਮੰਤਰੀਆਂ ਆ ਬੈਠ ਵਿਚਾਰਾਂ ਕਰਾਂਗੇ। ਸਾਰੇ ਪ੍ਰੈਸ ਨੂੰ ਬੁਲਾ ਲੈ, ਚੰਡੀਗੜ੍ਹ ਆ ਜਾ ਭਾਈ, ਬਠਿੰਡੇ ਆ ਜਾ, ਬਠਿੰਡੇ ਨਹੀਂ ਆਣਾ, ਜਿੱਥੇ ਮਰਜ਼ੀ ਆ ਜਾ। ਇਹ ਪੰਜਾਬ ਦੇ ਮੁੱਦਿਆਂ ਦੇ ਉੱਤੇ ਪੰਜਾਬੀਆਂ ਦੇ ਸਾਹਮਣੇ ਬਹਿ ਕੇ ਗੱਲ ਕਰ, ਫੈਸਲਾ ਪੰਜਾਬੀਆਂ ਨੇ ਕਰਨਾ ਹੈ। ਤੇ ਜੇ ਜਲੇਬੀਆਂ ਨੂੰ ਇਕੱਠਾ ਨਾ ਕਰੂੰ ਤੇ ਰਾਜਨੀਤੀ ਛੱਡੂ। ਬਾਬਾ ਜੀ ਦਾ ਫੰਕਸ਼ਨ ਬਾਬਾ ਜੀ ਦਾ ਫੰਕਸ਼ਨ ਜੀ ਇਦਾਂ ਬੈਠੋ ਸਰ। ਸਾਹਿਬ ਕੈਬਨਿਟ ਦੇ ਹੋਰ ਗੱਲਾਂ ਦੱਸੋ। ਨਹੀਂ ਇੰਨੀਆਂ ਗੱਲਾਂ 5 ਅੱਛਾ 5 ਹੋਰ ਤੁਹਾਨੂੰ ਦੱਸ ਦੇਣਾ ਮੈਂ ਤੁਹਾਨੂੰ ਨਾ ਸੁਖਬੀਰ ਸਾਡੇ ਤੇ ਕੱਢਦਾ ਸੀ, ਉਹਦੇ ਕੱਢ ਦਿੰਦੇ ਆ। ਕੈਬਨਿਟ ਦੀਆਂ 5 ਕੈਬਨਿਟ ਦੇਖੋ, ਐਡਵਰਟਾਈਜ਼ਮੈਂਟ ਪਾਲਿਸੀ, ਟੂਰਿਜ਼ਮ ਪਾਲਿਸੀ, ਮੈਡੀਕਲ ਪਾਲਿਸੀ, ਫਿਲਮ ਪਾਲਿਸੀ, ਜਿਹੜਾ ਟੈਕਸ ਵਾਲਾ ਮਾਮਲਾ ਉਹ, ਉਸ ਤੋਂ ਬਾਅਦ ਤੁਹਾਨੂੰ ਐਜੂਕੇਸ਼ਨ ਦੇ ਉੱਤੇ ਪ੍ਰੋਪਰ ਤਰੀਕੇ ਨਾਲ ਬਰੀਫ ਕਰਤਾ। 5 ਜਿਹੜੀਆਂ 5 ਯਾਰ ਫਿਰ ਭਾਈ ਤੈਨੂੰ ਜ਼ਿਆਦਾ ਪਤਾ ਹੋਊਗਾ। ਸੀਐਮ ਸਾਹਿਬ ਨੇ ਇੱਕ ਲੈਟਰ ਵੀ ਲਿਖਿਆ ਮੁੱਖ ਤਰੰਗੇ ਜਿਹੜੇ 550 ਸਾਲ ਪ੍ਰਕਾਸ਼। ਦੇਖੋ ਅਸੀਂ ਉਹਦੀ ਥੀਮ ਬਣਾਈ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਇਸ ਥੀਮ ਦੇ ਅੰਡਰ ਅਸੀਂ ਸਭ ਨੂੰ ਇਨਵੋਲਵ ਕਰਨਾ। ਅਸੀਂ SGPC ਨੂੰ ਕੋਈ ਈਗੋ ਨਹੀਂ ਜੀ, ਬਾਬਾ ਜੀ ਅਸੀਂ ਨੂੰ ਇੰਟਰਨੈਸ਼ਨਲ ਪੱਧਰੀ ਫੰਕਸ਼ਨ ਕਰਨਾ ਔਰ ਸਾਰੇ ਕਲਚਰ ਇਕੱਠੇ ਕਰਨੇ। ਬਾਬਾ ਜੀ ਸਾਰੇ ਵਰਲਡ ਦੇ ਵਿੱਚ ਘੁੰਮੇ ਹੈ, ਉਹਨਾਂ ਨੇ ਪੈਦਲ ਘੁੰਮਿਆ ਹੈ ਔਰ ਉਹਨਾਂ ਦਾ ਜਿਹੜਾ ਮੈਸੇਜ ਹੈ ਉਹ ਇੰਨਾ ਕੁ ਆਪਸੀ ਭਾਈਚਾਰੇ ਨੂੰ ਪ੍ਰੋਪਗੇਟ ਕਰਦਾ ਹੈ। ਔਰ ਪਹਿਲੇ ਗੁਰੂ ਸਾਹਿਬਾਨ ਔਰ 10ਵੇਂ ਗੁਰੂ ਸਾਹਿਬਾਨ ਦੀ ਜਿਹੜੀ ਵਿਚਾਰਧਾਰਾ ਹੈ ਉਹ ਜੁੜੀ ਹੋਈ ਹੈ। ਮੇਰੀ ਗੱਲ ਨੂੰ ਸਮਝ ਲਓ, ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ ਵੋ, ਯੂਨੀਵਰਸਲ ਬ੍ਰਦਰਹੁੱਡ ਦੇ ਉਸ ਦੇ ਉੱਤੇ ਰੱਖਦੇ ਹੋਏ ਪਾਰਟੀਆਂ ਤੋਂ ਉੱਤੇ ਉੱਠ ਕੇ ਹਰ ਪਾਰਟੀ ਨੂੰ, ਹਾਂਜੀ SGPC ਨੂੰ, ਵਿਦੇਸ਼ਾਂ ਦੇ ਵਿੱਚ ਹਰ ਕਲਚਰ ਜਿਹੜਾ ਹੈਗਾ ਉਹ, ਵਿਦੇਸ਼ਾਂ ਦੇ ਵਿੱਚ ਜਿੰਨੇ NRI ਨੇ, ਸਾਰੇ ਦਾਇਰਿਆਂ ਨੂੰ, ਸੰਤ ਸਮਾਜ ਨੂੰ, ਸਭ ਤੋਂ ਵੱਡੀ ਗੱਲ ਹੈ ਸੰਤ ਸਮਾਜ ਨੂੰ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ। ਅਸੀਂ ਇੱਕ ਐਸਾ ਮੋਨੂਮੈਂਟ ਬਣਾਉਣਾ ਚਾਹੁੰਦੇ ਹਾਂ ਉਹਨਾਂ ਦੀ ਯਾਦ ਦੇ ਵਿੱਚ, ਜੇ CM ਸਾਹਿਬ ਪਰਮਿਟ ਕਰਦੇ ਆ। ਇਟ ਕੁਡ ਬੀ ਐਨੀਵੇਅਰ ਐਂਡ ਦੀ ਸੈਂਟਰੀਫਿਊਗਲ ਫੋਰਸ ਆਫ ਦੀ ਐਂਟਾਇਰ ਫੰਕਸ਼ਨ ਵਿਲ ਬੀ ਸੁਲਤਾਨਪੁਰ ਲੋਧੀ, ਜਿਹੜਾ ਕਿ ਮਤਲਬ ਅਸੀਂ ਸੁਲਤਾਨਪੁਰ ਲੋਧੀ ਦੇ ਵਿੱਚ ਹੀ 2 ਦਿਨਾਂ ਦਾ ਫੰਕਸ਼ਨ ਵਿੱਚ ਆਪੋਜੀਸ਼ਨ ਈਵਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪਰ ਉਹ ਤੋਂ ਬਾਅਦ ਦੇਖੀ ਸਟੇਟਮੈਂਟ ਇੱਕ ਮੁਕਾਲੀ ਦੀ ਸਟੇਟਮੈਂਟ ਹੈ ਕਿ CM ਸਾਹਿਬ ਮੀਟਿੰਗ ਕਰਨ ਅਸੀਂ ਆਵਾਂਗੇ, ਅਗਰ ਨਵਜੋਤ ਸਿੰਘ ਸਿੱਧੂ ਮੀਟਿੰਗ ਕਰ ਅਸੀਂ ਨਹੀਂ ਆਣਾ। ਮੇਰੀ ਯਾਰ ਹੁਣ ਦੇਖੋ ਇਹ ਕੋਈ ਗੱਲ ਹੈ ਯਾਰ, CM ਸਾਹਿਬ ਨੇ ਮੀਟਿੰਗ ਕੀਤੀ, ਇਹ ਕਿ ਪੋਲਿਟਿਕਸ। ਦੇਖੋ ਭਾਈ ਮੇਰੀ ਇੱਕ ਗੱਲ ਨੂੰ ਸੁਣੋ, CM ਸਾਹਿਬ ਨੇ ਹੀ ਮੀਟਿੰਗ ਕੀਤੀ ਸੀ, CM ਸਾਹਿਬ ਹੀ ਚੇਅਰ ਕਰਦੇ ਸੀ ਜਦੋਂ ਉਹ ਨਹੀਂ ਆਏ। ਉਹਦੇ 'ਚ ਮੇਰਾ ਕੀ ਸੀ? ਮੈਨੂੰ ਡਾਇਰੈਕਟ ਕੀਤਾ CM ਸਾਹਿਬ ਨੂੰ, ਮੇਰਾ CM ਸਾਹਿਬ ਬੌਸ ਨੇ, ਮੈਨੂੰ ਉਹਨਾਂ ਨੇ ਡਾਇਰੈਕਟ ਕੀਤਾ ਵੀ ਭਾਈ ਕਮੇਟੀਜ਼ ਬਣਾਉਣੀਆਂ ਨੇ, ਕਮੇਟੀਜ਼ ਦੇ ਨਾਲ ਆਪਾਂ ਸਾਰਿਆਂ ਨੂੰ ਇਨਵੋਲਵ ਕਰਨਾ। ਜੇ ਕੋਈ ਨਹੀਂ ਆਉਂਦਾ ਤੂੰ ਉਹਦੇ ਕੋਲ ਚਲਾ ਜੀ। ਮੈਂ ਕਿਹਾ ਜੀ ਕੋਈ ਮੈਨੂੰ ਕੋਈ ਇਹਦੇ 'ਚ ਈਗੋ ਨਹੀਂ ਗੀ, ਸਾਰਾ ਕੁਝ ਮੈਂ ਆਪ ਹੀ ਜਿਸ ਤਰ੍ਹਾਂ ਤੁਸੀਂ ਕਹੋਗੇ ਉਸ ਤਰ੍ਹਾਂ ਕਰੋਗੇ, ਪਰ ਤੁਸੀਂ ਜਦੋਂ ਡਿਸੀਜਨ ਲੈਣੇ ਹੋਣ, ਵੱਡੇ ਡਿਸੀਜਨ ਲੈਣੇ ਹੋਣ, ਉਹ ਤੁਸੀਂ ਲੈਣੇ। ਫਿਰ ਅਸੀਂ ਸੈਂਟਰ ਨੂੰ ਆਮੰਤਰਣ ਦੇ ਰਹੇ ਹਾਂ, ਸੈਂਟਰ ਕਮੇਟੀ ਬਣਾਵੇ,
ਪਿਛਲੀ ਵਾਰ ਜਦੋਂ ਨਿਤਿਸ਼ ਕੁਮਾਰ ਜੀ ਨੇ ਵੱਡਾ ਫੰਕਸ਼ਨ ਕੀਤਾ ਸੀਗਾ ਤੇ ਸੈਂਟਰ ਵੱਲੋਂ ਬਹੁਤ ਵੱਡੀ ਏਡ ਸੀ। ਕੋਈ ਸਾਡਾ ਫੰਕਸ਼ਨ ਨਹੀਂ ਹੈ ਯਾਰ, ਇਹ ਸਾਰਾ ਇੱਕ ਇੰਟਰਨੈਸ਼ਨਲ ਫੰਕਸ਼ਨ ਹੈ। ਦਿਸ ਇਜ਼ ਐਨ ਇੰਟਰਨੈਸ਼ਨਲ ਫੰਕਸ਼ਨ, ਇਟ ਇਜ਼ ਅ ਫੰਕਸ਼ਨ ਆਫ ਦ ਵਰਲਡ ਐਂਡ ਵੀ ਵਾਂਟ ਦ ਵਰਲਡ ਟੂ ਓਨ ਇਟ ਅਪ, ਵੀ ਵਾਂਟ ਟੂ